ਸਤਿ ਸ਼੍ਰੀ ਅਕਾਲ ਵਿਦਿਆਰਥੀਓ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੰਜਾਬੀ ਦੂਜੀ ਭਾਸ਼ਾ ਦੀ ਪੁਸਤਕ ਦਾ ਦੂਸਰਾ ਪਾਠ ਜੰਗਲਾਂ ਦੇ ਲਾਭ ਕਰਾਂਗੇ। ਇਹ ਪਾਠ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਜੀ ਵੱਲੋਂ ਲਿਖਿਆ ਗਿਆ ਹੈ। ਇਸ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦਾ ਇੱਕ ਓਵਰਵਿਊ ਦੇ ਦਿੰਦੀ ਹਾਂ। ਇਹ ਪਾਠ ਮੁੱਖ ਰੂਪ ਵਿੱਚ ਜੰਗਲਾਂ ਦੇ ਲਾਭ ਸਾਨੂੰ ਦੱਸਦਾ ਹੈ, ਜਿਵੇਂ ਕਿ ਇਸ ਦੇ ਟਾਈਟਲ ਤੋਂ ਹੀ ਸਾਨੂੰ ਕਲੀਅਰ ਹੋ ਰਿਹਾ ਹੈ। ਜੰਗਲ ਸਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕੰਮ ਆਉਂਦੇ ਨੇ, ਸਾਨੂੰ ਕਿੱਥੇ ਕਿੱਥੇ ਜੰਗਲਾਂ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਮਨੁੱਖ ਜਿਹੜਾ ਇਹਨਾਂ ਜੰਗਲਾਂ ਨੂੰ ਬਰਬਾਦ ਕਰ ਰਿਹਾ ਹੈ, ਜੋ ਕਿ ਸਾਡੇ ਲਈ ਕੀ ਨੁਕਸਾਨ ਦੇ ਸਕਦੇ ਹਨ। ਇਸ ਤਰ੍ਹਾਂ ਜੰਗਲਾਂ ਨੂੰ ਲਗਾਉਣ ਦੇ ਫਾਇਦੇ ਅਤੇ ਉਹਨਾਂ ਨੂੰ ਕੱਟਣ ਦੇ ਨੁਕਸਾਨਾਂ ਬਾਰੇ ਇਸ ਪਾਠ ਤੋਂ ਸਾਨੂੰ ਪਤਾ ਲੱਗੇਗਾ। ਤਾਂ ਆਓ ਫਿਰ ਪਾਠ ਦਾ ਅਧਿਐਨ ਸ਼ੁਰੂ ਕਰਦੇ ਹਾਂ। ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ। ਦਾਤ ਦਾ ਭਾਵ ਹੁੰਦਾ ਹੈ ਇੱਕ ਗਿਫਟ, ਤੋਹਫਾ। ਕਈ ਲੋਕ ਜਦੋਂ ਹਜ਼ਾਰਾਂ ਮੀਲਾਂ ਵਿੱਚ ਫੈਲੇ ਜੰਗਲਾਂ ਨੂੰ ਦੇਖਦੇ ਹਨ ਤਾਂ ਸੋਚਦੇ ਹਨ ਕਿ ਧਰਤੀ ਦੇ ਇੰਨੇ ਵੱਡੇ ਵੱਡੇ ਟੋਟੇ ਕਿਉਂ ਵਿਅਰਥ ਪਏ ਹਨ। ਵਿਅਰਥ ਦਾ ਮਤਲਬ ਫਾਲਤੂ, ਬੇਕਾਰ। ਇਹਨਾਂ ਦੀ ਥਾਂ ਵੱਡੇ ਵੱਡੇ ਸ਼ਹਿਰ ਵਸ ਸਕਦੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਕਿ ਮਨੁੱਖ ਦੀ ਖੁਸ਼ਹਾਲੀ ਅਤੇ ਸੁੱਖ ਲਈ ਇਹ ਜੰਗਲ ਬਹੁਤ ਜ਼ਰੂਰੀ ਹਨ। ਜਿਸ ਤਰ੍ਹਾਂ ਕਿਸੇ ਵੱਡੇ ਸ਼ਹਿਰ ਦੀ ਸਿਹਤ ਲਈ ਬਾਗ ਅਤੇ ਤਲਾਅ ਹੋਣੇ ਜ਼ਰੂਰੀ ਹਨ। ਬਾਗ ਮਤਲਬ ਗਾਰਡਨ, ਤਲਾਅ ਮਤਲਬ ਝੀਲਾਂ ਜਾਂ ਪਾਣੀ ਦਾ ਕੋਈ ਸੋਰਸ। ਇਸੇ ਤਰ੍ਹਾਂ ਕਿਸੇ ਦੇਸ਼ ਦੀ ਸਿਹਤ ਲਈ ਜੰਗਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਦੇਸ਼ ਦੇ ਸਰੀਰ ਵਿੱਚ ਜੰਗਲ ਵੱਡੇ ਫੇਫੜਿਆਂ ਵਾਂਗ ਹਨ। ਜਿਵੇਂ ਫੇਫੜੇ ਨਾ ਹੋਣ ਤਾਂ ਆਦਮੀ ਦਾ ਸਾਹ ਕੁੱਟਿਆ ਜਾਂਦਾ ਹੈ, ਇਸੇ ਤਰ੍ਹਾਂ ਜੇ ਜੰਗਲ ਨਾ ਹੋਣ ਤਾਂ ਦੇਸ਼ ਦਾ ਸਾਹ ਕੁੱਟਿਆ ਜਾਵੇਗਾ। ਜਿਸ ਤਰ੍ਹਾਂ ਸਰੀਰ ਵਿੱਚ ਸਿਹਤ ਦੀ ਭੁੱਖ ਹੈ, ਇਸੇ ਤਰ੍ਹਾਂ ਆਦਮੀ ਦੀ ਆਤਮਾ ਨੂੰ ਸੁੰਦਰਤਾ ਦੀ ਵੀ ਭੁੱਖ ਹੈ। ਜੰਗਲ ਦੇ ਸ਼ਾਨਦਾਰ ਨਜ਼ਾਰੇ ਆਦਮੀ ਦੀ ਇਸ ਭੁੱਖ ਨੂੰ ਯੁਗਾਂ ਯੁਗਾਂ ਤੋਂ ਤ੍ਰਿਪਤ ਕਰਦੇ ਆਏ ਹਨ। ਤ੍ਰਿਪਤ ਦਾ ਭਾਵ ਹੈ ਸੰਤੁਸ਼ਟ ਕਰਨਾ। ਮਨੁੱਖ ਸਦਾ ਕੁਦਰਤ ਦੀ ਇਸ ਮਹਾਨ ਸੁੰਦਰ ਰਚਨਾ ਵੱਲ ਖਿੱਚਿਆ ਜਾਂਦਾ ਰਿਹਾ ਹੈ। ਪਿਛਲੇ ਸਮਿਆਂ ਵਿੱਚ ਰਿਸ਼ੀ ਲੋਕ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਦੇ ਸਨ। ਸ਼ਾਇਦ ਹੀ ਕੋਈ ਅਜਿਹਾ ਹਿੰਦੁਸਤਾਨੀ ਮਹਾਂਪੁਰਖ ਹੋਵੇਗਾ ਜਿਸ ਦਾ ਸੰਬੰਧ ਜੰਗਲਾਂ ਨਾਲ ਨਾ ਰਿਹਾ ਹੋਵੇ। ਸ਼੍ਰੀ ਰਾਮ ਚੰਦਰ ਜੀ ਨੇ 14 ਵਰ੍ਹੇ ਵਣ ਵਿੱਚ ਕੱਟੇ। ਮਹਾਤਮਾ ਬੁੱਧ ਨੂੰ ਵੀ ਸੰਘਲੇ ਜੰਗਲਾਂ ਵਿੱਚ ਬੋਹੜ ਦੇ ਹੇਠਾਂ ਬਹਿ ਕੇ ਗਿਆਨ ਹੋਇਆ। ਸ਼ੁਰੂ ਵਿੱਚ ਜਦੋਂ ਸ਼ਹਿਰ ਤੇ ਬਸਤੀਆਂ ਨਹੀਂ ਬਣੀਆਂ ਸਨ ਤਾਂ ਜੰਗਲ ਹੀ ਆਦਮੀ ਦੇ ਘਰ ਸਨ। ਹੁਣ ਵੀ ਜਦ ਅਸੀਂ ਸ਼ਹਿਰਾਂ ਵਿੱਚ ਬਾਗ ਲਾਉਂਦੇ ਹਾਂ ਤਾਂ ਇਸ ਦੇ ਪਿੱਛੇ ਜੰਗਲ ਲਈ ਮਨੁੱਖ ਦੀ ਸਦੀਵੀ ਤਾਂਘ ਲੁਕੀ ਹੁੰਦੀ ਹੈ। ਸਦੀਵੀ ਦਾ ਮਤਲਬ ਹੈ ਹਮੇਸ਼ਾ ਵਾਲੀ, ਪੱਕੀ, ਪੁਰਾਣੀ। ਕਿ ਮਨੁੱਖ ਦੀ ਤਾਂਘ ਮਤਲਬ ਇੱਛਾ, ਵੀ ਮਨੁੱਖ ਦੀ ਸ਼ੁਰੂ ਤੋਂ ਇੱਕ ਇੱਛਾ ਹੈ ਕਿ ਉਹ ਪੌਦਿਆਂ ਵਿੱਚ ਰਵੇ, ਰੁੱਖਾਂ ਵਿੱਚ ਰਵੇ। ਇਸੇ ਇੱਛਾ ਕਰਕੇ ਹੀ ਸ਼ਹਿਰਾਂ ਵਿੱਚ ਬਾਗ ਲਗਾਏ ਜਾਂਦੇ ਹਨ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਵੱਡੇ ਵੱਡੇ ਸ਼ਹਿਰ ਬਣਾ ਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ। ਉੱਨਤੀ ਦਾ ਭਾਵ ਹੈ ਤਰੱਕੀ। ਪਰ ਜਿਉਂ-ਜਿਉਂ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇ ਡੁੱਲੇ ਜੀਵਨ ਤੋਂ ਦੂਰ ਹੁੰਦਾ ਗਿਆ ਅਤੇ ਲੋਹੇ, ਇੱਟਾਂ ਅਤੇ ਸੀਮੈਂਟ ਦੇ ਪਿੰਜਰਿਆਂ ਵਿੱਚ ਆਪਣੇ ਆਪ ਨੂੰ ਕੈਦ ਕਰਦਾ ਗਿਆ, ਉਸ ਦੀ ਸਿਹਤ ਡਿੱਗਦੀ ਗਈ। ਪਹਿਲਾਂ ਲੋਕ ਜੰਗਲਾਂ ਵਿੱਚ ਰਹਿੰਦੇ ਸਨ, ਕੁਦਰਤ ਵਿੱਚ ਰਹਿੰਦੇ ਸਨ ਤਾਂ ਉਹ ਜ਼ਿਆਦਾ ਸਿਹਤਮੰਦ ਸਨ। ਪਰ ਜਿਵੇਂ ਜਿਵੇਂ ਮਨੁੱਖ ਕੰਕਰੀਟ, ਲੋਹਾ, ਇੱਟਾਂ, ਸੀਮੈਂਟ ਦੇ ਪਿੰਜਰਿਆਂ ਵਿੱਚ ਕੈਦ ਕਰਦਾ ਗਿਆ, ਇਹਦਾ ਭਾਵ ਹੈ ਕਿ ਜਿਵੇਂ ਜਿਵੇਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਗਿਆ ਤੇ ਸਿਰਫ ਸੀਮੈਂਟ ਦੇ ਘਰਾਂ ਜਾਂ ਸੀਮੈਂਟ ਦੀਆਂ ਬਿਲਡਿੰਗਾਂ ਵਿੱਚ ਫਸਦਾ ਗਿਆ, ਉਸੇ ਤਰ੍ਹਾਂ ਹੌਲੀ ਹੌਲੀ ਮਨੁੱਖ ਦੀ ਸਿਹਤ ਡਿੱਗਣ ਲੱਗੀ। ਉਹ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ। ਅੰਨ ਦੇ ਸੰਕਟ ਕਰਕੇ ਕੁਝ ਦੇਸ਼ਾਂ ਵਿੱਚ ਸਰਕਾਰ ਨੇ ਬਹੁਤ ਸਾਰੇ ਜੰਗਲ ਕੱਟ ਕੇ ਜ਼ਮੀਨ ਨੂੰ ਹੱਲ ਹੇਠ ਲੈ ਆਂਦਾ ਹੈ। ਮਤਲਬ ਜੰਗਲਾਂ ਨੂੰ ਕੱਟ ਕੇ ਉਹਨਾਂ 'ਤੇ ਖੇਤੀ ਕਰਨੀ ਸ਼ੁਰੂ ਹੋ ਗਈ ਹੈ। ਸ਼ੁਰੂ ਵਿੱਚ ਤਾਂ ਇਹ ਤਜਰਬਾ ਬੜਾ ਸਫਲ ਨਜ਼ਰ ਆਇਆ, ਪਰ ਛੇਤੀ ਹੀ ਆਦਮੀ ਨੂੰ ਆਪਣੀ ਇਸ ਮੂਰਖਤਾ ਦੀ ਸਜ਼ਾ ਮਿਲਣੀ ਸ਼ੁਰੂ ਹੋ ਗਈ। ਜੰਗਲਾਂ ਦੇ ਕੱਟੇ ਜਾਣ ਨਾਲ ਕੁਦਰਤ ਦੇ ਕਾਨੂੰਨ ਅਨੁਸਾਰ ਜਲਵਾਯੂ ਵਿੱਚ ਬਹੁਤ ਤਬਦੀਲੀ ਆ ਗਈ। ਸਾਇੰਸ ਦਾ ਅਸੂਲ ਹੈ ਕਿ ਜੰਗਲਾਂ ਨਾਲ ਵਾਯੂਮੰਡਲ ਬੜਾ ਸ਼ੀਤਲ ਰਹਿੰਦਾ ਹੈ। ਜਦ ਬੱਦਲ ਸਮੁੰਦਰ ਵੱਲੋਂ ਉੱਡ ਕੇ ਆਉਂਦੇ ਹਨ ਤਾਂ ਮਾਰੂਥਲਾਂ ਉੱਤੋਂ ਦੀ ਬਿਨਾਂ ਮੀਂਹ ਪਾਏ ਲੰਘ ਜਾਂਦੇ ਹਨ। ਹੁਣ ਕੀ ਹੈ, ਕਿਉਂਕਿ ਜੰਗਲ ਕੱਟੇ ਗਏ ਨੇ ਤਾਂ ਇਸ ਕਰਕੇ ਵਾਯੂਮੰਡਲ ਗਰਮ ਰਹਿੰਦਾ ਹੈ, ਅਤੇ ਜਦੋਂ ਵਾਯੂਮੰਡਲ ਗਰਮ ਹੋਏਗਾ ਤਾਂ ਬੱਦਲ ਬਿਨਾਂ ਮੀਂਹ ਪਾਏ ਉੱਥੋਂ ਚਲੇ ਜਾਣਗੇ। ਜਦ ਜੰਗਲਾਂ ਉੱਤੋਂ ਦੀ ਲੰਘਦੇ ਹਨ ਤਾਂ ਵਾਯੂਮੰਡਲ ਠੰਡਾ ਹੋਣ ਕਰਕੇ ਮੀਂਹ ਵਰ ਪੈਂਦਾ ਹੈ। ਇਹੋ ਕਾਰਨ ਹੈ ਕਿ ਜੰਗਲਾਂ ਨਾਲ ਢਕੇ ਹੋਏ ਪਰਬਤਾਂ ਉੱਤੇ ਬਹੁਤ ਮੀਂਹ ਪੈਂਦੇ ਹਨ ਅਤੇ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ।
ਮਾਰੂਥਲ ਮਤਲਬ ਰੇਗਿਸਤਾਨ, ਜਿੱਥੇ ਬਹੁਤ ਰੇਤ ਹੁੰਦੀ ਹੈ ਤੇ ਗਰਮੀ ਪੈਂਦੀ ਹੈ। ਸਰਕਾਰੀ ਰਿਪੋਰਟਾਂ ਵਿੱਚ ਮੰਨਿਆ ਗਿਆ ਹੈ ਕਿ ਜਿੱਥੇ ਜਿੱਥੇ ਵੀ ਜੰਗਲ ਕੱਟੇ ਗਏ ਹਨ ਉੱਥੇ ਉੱਥੇ ਮੀਂਹ ਘੱਟ ਗਏ ਹਨ ਤੇ ਇਹ ਇਲਾਕੇ ਕੁਝ ਚਿਰ ਫਸਲਾਂ ਦੇਣ ਮਗਰੋਂ ਬੰਜਰ ਹੋ ਗਏ ਹਨ। ਇਹ ਗੱਲ ਭਾਰਤ ਸਰਕਾਰ ਨੇ ਉਚੇਚਾ ਧਿਆਨ ਦਿੱਤਾ ਹੈ। ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਹੈ ਅਤੇ ਲੱਖਾਂ ਨਵੇਂ ਬਿਰਖ ਲਾਏ ਜਾਂਦੇ ਹਨ। ਤਾਂ ਇਸ ਚੀਜ਼ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਕੀ ਕਰ ਰਹੀ ਹੈ? ਹਰ ਸਾਲ ਵਣ ਮਹਾਉਤਸਵ ਮਨਾ ਕੇ ਲੱਖਾਂ ਪੌਦੇ ਲਗਾ ਰਹੀ ਹੈ। ਇਸ ਤੋਂ ਛੁੱਟ ਜੰਗਲ ਹੋਰ ਵੀ ਅਨੇਕਾਂ ਮਨੁੱਖੀ ਲੋੜਾਂ ਨੂੰ ਪੂਰਾ ਕਰਦੇ ਹਨ। ਜੰਗਲਾਂ ਦੀ ਲੱਕੜੀ ਨਾਲ ਅਸੀਂ ਮਕਾਨ ਬਣਾਉਂਦੇ ਹਾਂ। ਫਿਰ ਮਕਾਨ ਦੇ ਅੰਦਰ ਕੁਰਸੀਆਂ, ਮੇਜ਼, ਮੰਜੇ, ਪੀੜ੍ਹੀਆਂ ਵੀ ਜੰਗਲ ਦੀ ਹੀ ਦਾਤ ਹਨ। ਜੇ ਜੰਗਲਾਂ ਵਿੱਚੋਂ ਲੱਕੜੀ ਨਾ ਆਵੇ ਤਾਂ ਚੁੱਲ੍ਹੇ ਵਿੱਚ ਅੱਗ ਹੀ ਨਾ ਬਲੇ। ਸਰਦੀ ਵਿੱਚ ਲੋਕ ਪਾਲੇ ਨਾਲ ਠਰ ਜਾਣ। ਪਾਲੇ ਮਤਲਬ ਠੰਡ ਲੱਗਣਾ, ਸਰਦੀ ਲੱਗਣਾ, ਠਰ ਜਾਣ, ਬਿਲਕੁਲ ਠੰਡੇ ਪੈ ਜਾਣ। ਲੱਕੜੀ ਨਾਲ ਹੀ ਕਿਸ਼ਤੀਆਂ, ਨਿੱਕੇ ਜਹਾਜ਼ ਅਤੇ ਗੱਡੇ ਰੇੜੇ ਆਦਿ ਬਣਾਏ ਜਾਂਦੇ ਹਨ। ਜੇ ਇਹ ਨਾ ਹੋਣ ਤਾਂ ਵਪਾਰ ਅੱਧਾ ਰਹਿ ਜਾਏ ਤੇ ਕਈ ਥਾਵਾਂ 'ਤੇ ਚੀਜ਼ਾਂ ਨਾ ਪਹੁੰਚਣ ਕਰਕੇ ਕਾਲ ਪੈ ਜਾਵੇ। ਕਾਲ ਹੁੰਦਾ ਹੈ ਉਹ ਸਥਿਤੀ ਜਿੱਥੇ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ, ਚਾਹੇ ਉਹ ਅਨਾਜ ਦੀ ਕਮੀ ਹੋਵੇ, ਚਾਹੇ ਪਾਣੀ ਤੋਂ ਬਿਨਾਂ ਕਾਲ ਪੈ ਜਾਵੇ। ਜੰਗਲਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਹੈ ਤੇ ਬਾਰਿਸ਼ ਦਾ ਪਾਣੀ ਸਹਿਜੇ ਹੀ ਚੂਸ ਲੈਂਦੀ ਹੈ। ਸਹਿਜੇ ਦਾ ਮਤਲਬ ਆਰਾਮ ਨਾਲ, ਚੂਸ ਲੈਣਾ ਮਤਲਬ ਆਪਣੇ ਅੰਦਰ ਜਜ਼ਬ ਕਰ ਲੈਣਾ। ਜੇ ਜੰਗਲ ਨਾ ਹੋਣ ਤਾਂ ਪਹਾੜਾਂ ਉੱਤੇ ਵਸੇ ਮੀਂਹਾਂ ਦਾ ਪਾਣੀ ਸਾਰੇ ਦਾ ਸਾਰਾ ਰੁੜ ਕੇ ਦਰਿਆਵਾਂ ਵਿੱਚ ਆ ਡਿੱਗੇ ਅਤੇ ਮੈਦਾਨਾਂ ਵਿੱਚ ਹਜ਼ਾਰਾਂ ਪਿੰਡਾਂ ਨੂੰ ਤਬਾਹ ਕਰ ਦੇਵੇ। ਤਾਂ ਜਦੋਂ ਪਹਾੜਾਂ 'ਤੇ ਜੇ ਜੰਗਲ ਨਾ ਹੋਣਗੇ ਤਾਂ ਜ਼ਮੀਨ ਸਖਤ ਹੋਏਗੀ, ਤਾਂ ਉਹ ਜਿਹੜਾ ਮੀਂਹ ਪਵੇਗਾ ਉਹ ਸਾਰਾ ਸਿੱਧਾ ਦਰਿਆਵਾਂ ਵਿੱਚ ਆ ਜਾਏਗਾ ਤੇ ਹੜ੍ਹ ਆ ਸਕਦੇ ਹਨ। ਨਾਲੇ ਪਾਣੀ ਦੀ ਤੇਜ਼ੀ ਨਾਲ ਦਰਿਆ ਬਹੁਤ ਸਾਰੀ ਉਪਜਾਊ ਧਰਤੀ ਨੂੰ ਰੋੜ ਕੇ ਨਾਸ ਕਰ ਦੇਵੇ। ਪਹਿਲਾਂ ਪਿੰਡਾਂ ਵਿੱਚ ਰੁੱਖ ਲਾਉਣ ਦਾ ਬਹੁਤ ਰਿਵਾਜ ਸੀ ਤੇ ਰੁੱਖ ਨੂੰ ਕੱਟਣਾ ਪਾਪ ਸਮਝਿਆ ਜਾਂਦਾ ਸੀ। ਕਈ ਬਿਰਖਾਂ ਨੂੰ ਪੂਜਣ ਦੇ ਪਿੱਛੇ ਵੀ ਬਿਰਖ ਦੀ ਇਸ ਮਹੱਤਤਾ ਦਾ ਖਿਆਲ ਹੀ ਕੰਮ ਕਰਦਾ ਹੈ, ਕਿਉਂਕਿ ਜ਼ਿਆਦਾਤਰ ਲੋਕੀ ਪਹਿਲਾਂ ਇਸੇ ਕਰਕੇ ਰੁੱਖਾਂ ਨੂੰ ਪੂਜਦੇ ਸਨ, ਕਿਉਂਕਿ ਰੁੱਖਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਸੀ। ਪਿੱਛੇ ਜਿਹੇ ਲੋਕਾਂ ਵਿੱਚ ਬਿਰਖ ਲਾਉਣ ਦਾ ਰਿਵਾਜ ਘਟ ਗਿਆ ਅਤੇ ਆਪਣੀ ਲੋੜ ਪੂਰੀ ਕਰਨ ਲਈ ਲੋਕਾਂ ਨੇ ਲਾਗਲੀਆਂ ਪਹਾੜੀਆਂ ਤੋਂ ਲੱਕੜੀ ਮੰਗਵਾਉਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਲੋਕਾਂ ਨੇ ਕੀ ਕੀਤਾ ਕਿ ਰੁੱਖ ਲਾਉਣੇ ਘੱਟ ਕਰਤੇ ਤੇ ਪਹਾੜੀ ਇਲਾਕਿਆਂ 'ਚ ਕਿਉਂਕਿ ਰੁੱਖ ਜ਼ਿਆਦਾ ਸੀ ਤਾਂ ਉੱਥੋਂ ਲੱਕੜ ਮੰਗਵਾਉਣੀ ਸ਼ੁਰੂ ਕਰ ਦਿੱਤੀ। ਕਸ਼ਮੀਰ ਦੇ ਸੈਂਕੜੇ ਜੰਗਲ ਠੇਕੇ 'ਤੇ ਚੜ੍ਹ ਗਏ ਅਤੇ 20-25 ਸਾਲਾਂ ਦੇ ਅੰਦਰ ਅੰਦਰ ਬਹੁਤ ਸਾਰੀਆਂ ਪਹਾੜੀਆਂ ਨੰਗੀਆਂ ਹੋ ਗਈਆਂ। ਪਰ ਅਜਿਹਾ ਕਰਨ ਦਾ ਕੀ ਰਿਜ਼ਲਟ ਨਿਕਲਿਆ ਕਿ ਪਹਾੜਾਂ ਉੱਤੇ ਵੀ ਰੁੱਖ ਖਤਮ ਹੋਣ ਲੱਗ ਗਏ। ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਦਰਿਆਵਾਂ ਵਿੱਚ ਵਧੇਰੇ ਹੜ੍ਹ ਆਉਣ ਲੱਗ ਪਏ। ਅਸੀਂ ਸ਼ਿਵਾਲਿਕ ਪਰਬਤ ਦੀ ਮਿਸਾਲ ਲੈਂਦੇ ਹਾਂ। ਇਸ ਉੱਤੇ ਜੰਗਲ ਕੱਟੇ ਜਾਣ ਨਾਲ ਇਸ ਪਹਾੜ ਦੇ ਪਾਣੀ ਨੇ ਬਰਸਾਤੀ ਨਾਲਿਆਂ ਰਾਹੀਂ ਜ਼ਿਲ੍ਹਾ ਅੰਬਾਲਾ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਬਹੁਤ ਸਾਰੀ ਧਰਤੀ ਖੇਤੀਬਾੜੀ ਯੋਗ ਨਹੀਂ ਰਹਿਣ ਦਿੱਤੀ। ਇਸ ਤਬਾਹੀ ਤੋਂ ਬਚਣ ਲਈ ਇੱਕੋ ਤਰੀਕਾ ਹੈ ਕਿ ਕੁਦਰਤ ਦੇ ਵਿਰੁੱਧ ਨਾ ਚੱਲਿਆ ਜਾਵੇ ਤੇ ਪਹਾੜੀ ਜੰਗਲਾਂ ਨੂੰ ਵੱਢਣਾ ਬੰਦ ਕਰ ਦਿੱਤਾ ਜਾਵੇ। ਜੰਗਲ ਦਾ ਪਾਣੀ ਨਾਲ ਬਹੁਤ ਵੱਡਾ ਸੰਬੰਧ ਹੈ। ਜਿੱਥੇ ਪਾਣੀ ਜੰਗਲਾਂ ਨੂੰ ਉਗਾਉਂਦਾ ਹੈ ਤੇ ਹਰਾ ਭਰਾ ਰੱਖਦਾ ਹੈ, ਉੱਥੇ ਜੰਗਲ ਆਪਣੀ ਠੰਡੀ ਛਾਂ ਅਤੇ ਜੜ੍ਹਾਂ ਨਾਲ ਪੋਲੀ ਕੀਤੀ ਧਰਤੀ ਵਿੱਚ ਪਾਣੀ ਦੀ ਦੌਲਤ ਨੂੰ ਬੜਾ ਸੰਭਾਲ ਕੇ ਰੱਖਦੇ ਹਨ। ਕਿਉਂਕਿ ਜੰਗਲ ਤੇ ਪਾਣੀ ਆਪਸ ਵਿੱਚ ਇਸ ਤਰ੍ਹਾਂ ਜੁੜੇ ਹੋਏ ਨੇ ਕਿ ਜਿਵੇਂ ਪਾਣੀ ਕਰਕੇ ਜੰਗਲ ਉੱਗਦੇ ਨੇ ਤੇ ਜੰਗਲ ਪਾਣੀ ਨੂੰ ਸੰਭਾਲ ਕੇ ਰੱਖਦੇ ਨੇ। ਮਨੁੱਖ ਤਾਂ ਦਿਨੋਂ ਦਿਨ ਜੰਗਲਾਂ ਤੋਂ ਦੂਰ ਹੁੰਦਾ ਗਿਆ, ਪਰ ਜੰਗਲੀ ਜਾਨਵਰਾਂ ਅਤੇ ਪੰਛੀਆਂ ਲਈ ਅਜੇ ਵੀ ਜੰਗਲ ਹੀ ਘਰ ਦਾ ਕੰਮ ਦਿੰਦੇ ਹਨ। ਜੇ ਜੰਗਲ ਨਾ ਹੋਣ ਤਾਂ ਪੰਛੀ ਘੱਟ ਜਾਣ ਅਤੇ ਸਾਡਾ ਜੀਵਨ ਪੰਛੀਆਂ ਦੀ ਰੰਗ ਬਿਰੰਗੀ ਲੀਲਾ ਤੋਂ ਵਾਂਝਾ ਰਹਿ ਜਾਵੇ। ਵਾਂਝਾ ਮਤਲਬ ਉਸ ਤੋਂ ਵਿਰਵਾ ਰਹਿ ਜਾਣਾ, ਉਸ ਤੋਂ ਬਿਨਾਂ ਰਹਿ ਜਾਣਾ। ਇੱਕ ਹੋਰ ਪਾਸਿਓਂ ਵੀ ਜੰਗਲਾਂ ਦਾ ਮਨੁੱਖੀ ਸਿਹਤ ਨਾਲ ਸੰਬੰਧ ਹੈ। ਜੰਗਲਾਂ ਦੇ ਪੈਰਾਂ ਵਿੱਚ ਕੁਦਰਤ ਨੇ ਲੱਖਾਂ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਉਗਾ ਰੱਖੀਆਂ ਹਨ। ਇਹਨਾਂ ਵਿੱਚੋਂ ਕਈ ਇੰਨੀਆਂ ਨਾਜ਼ੁਕ ਹੁੰਦੀਆਂ ਹਨ ਕਿ ਘਣੇ ਜੰਗਲਾਂ ਦੀ ਰੱਖਿਆ ਬਿਨਾਂ ਉਹ ਜਿਉਂਦੀਆਂ ਨਹੀਂ ਰਹਿ ਸਕਦੀਆਂ। ਸੋ ਜੰਗਲ ਇੱਕ ਤਰ੍ਹਾਂ ਦੇ ਕੁਦਰਤ ਦੇ ਬਣਾਏ ਹੋਏ ਵੱਡੇ ਹਸਪਤਾਲ ਹਨ, ਜਿਨ੍ਹਾਂ ਵਿੱਚੋਂ ਸਿਆਣੇ ਮਨੁੱਖ ਸਾਲਾਂ ਬੱਧੀ ਮਿਹਨਤ ਕਰਕੇ ਅਤੇ ਪੜਤਾਲਾਂ ਕਰ ਕਰਕੇ ਮਨੁੱਖ ਦੇ ਰੋਗਾਂ ਨੂੰ ਕੱਟਣ ਵਾਲੀਆਂ ਜੜੀਆਂ ਬੂਟੀਆਂ ਲਿਆਉਂਦੇ ਹਨ। ਤੁਹਾਨੂੰ ਸੰਜੀਵਨੀ ਬੂਟੀ ਦੀ ਕਹਾਣੀ ਯਾਦ ਹੋਵੇਗੀ, ਜਿਸ ਨੂੰ ਹਨੂਮਾਨ ਇੱਕ ਦੂਰ ਦੇ ਪਹਾੜ ਤੋਂ ਪੁੱਟ ਕੇ ਲਿਆਇਆ ਸੀ ਅਤੇ ਜਿਸ ਦੇ ਆਉਣ ਸਾਰ ਲਛਮਣ ਜੀ ਦੇ ਫੱਟ ਠੀਕ ਹੋ ਗਏ ਸਨ।
ਤਾਂ ਜੰਗਲ ਸਿਰਫ ਸਾਨੂੰ ਲੱਕੜ ਹੀ ਨਹੀਂ ਦਿੰਦੇ, ਜੰਗਲ ਸਾਡੀ ਸਿਹਤ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ। ਜੰਗਲਾਂ 'ਚ ਬਹੁਤ ਸਾਰੀਆਂ ਜੜੀ ਬੂਟੀਆਂ ਮਿਲਦੀਆਂ ਨੇ ਜਿਨ੍ਹਾਂ ਤੋਂ ਕਿ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਜੰਗਲਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਉਹ ਮਨੁੱਖ ਨੂੰ ਰੁਜ਼ਗਾਰ ਦਿੰਦੇ ਹਨ। ਕਰੋੜਾਂ ਆਦਮੀ ਜੰਗਲ ਅਤੇ ਉਹਨਾਂ ਵਿੱਚੋਂ ਪੈਦਾ ਹੋਈਆਂ ਚੀਜ਼ਾਂ ਸਦਕਾ ਕੰਮ ਲੱਗੇ ਹੋਏ ਹਨ। ਇੱਕ ਤੀਲਾਂ ਦੀਆਂ ਡੱਬੀਆਂ ਦਾ ਕਾਰਖਾਨਾ ਹੀ ਲੈ ਲਵੋ, ਦੁਨੀਆ ਦੇ ਲੱਖਾਂ ਆਦਮੀ ਪਹਾੜਾਂ ਤੋਂ ਆਈ ਚੀੜ ਦੀ ਲੱਕੜੀ ਸਦਕਾ ਇਹਨਾਂ ਕਾਰਖਾਨਿਆਂ ਵਿੱਚ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਜਿਸ ਕਾਗਜ਼ ਉੱਤੇ ਤੁਸੀਂ ਲਿਖਦੇ ਹੋ ਅਤੇ ਜਿਸ ਉੱਤੇ ਛਾਪੀਆਂ ਕਿਤਾਬਾਂ ਤੁਸੀਂ ਪੜ੍ਹਦੇ ਹੋ, ਇਹ ਵੀ ਜੰਗਲ ਦੀ ਲੱਕੜੀ ਅਤੇ ਘਾਸ ਫੂਸ ਤੋਂ ਵੱਡੀਆਂ ਵੱਡੀਆਂ ਮਸ਼ੀਨਾਂ ਵਿੱਚ ਪੀ ਕੇ ਬਣਾਇਆ ਜਾਂਦਾ ਹੈ। ਇਹਨਾਂ ਤੋਂ ਹੀ ਅਨੇਕਾਂ ਆਦਮੀਆਂ ਦੀ ਰੋਜ਼ੀ ਚੱਲਦੀ ਹੈ। ਇਸੇ ਤਰ੍ਹਾਂ ਗੂੰਦ, ਲਾਖ, ਸ਼ਹਿਦ ਅਤੇ ਹੋਰ ਅਨੇਕਾਂ ਚੀਜ਼ਾਂ ਜੰਗਲਾਂ ਤੋਂ ਹੀ ਆਉਂਦੀਆਂ ਹਨ। ਕੁਦਰਤ ਨੂੰ ਪਤਾ ਹੈ ਕਿ ਜੰਗਲ ਕਿਸੇ ਹੱਦ ਤੋਂ ਵੱਧ ਨਹੀਂ ਹੋਣ ਦੇਣੇ। ਜਦ ਜੰਗਲ ਲੋੜ ਤੋਂ ਵੱਧ ਫੈਲ ਜਾਣ ਤਾਂ ਕੁਦਰਤ ਉਹਨਾਂ ਨੂੰ ਆਪ ਹੀ ਜੰਗਲੀ ਅੱਗ ਨਾਲ, ਜੋ ਦਰਖਤਾਂ ਦੀ ਰਗੜ ਤੋਂ ਹੀ ਪੈਦਾ ਹੋ ਜਾਂਦੀ ਹੈ, ਸਾੜ ਕੇ ਘਟਾ ਦਿੰਦੀ ਹੈ, ਜਾਂ ਵੱਡੇ ਤੇਜ਼ ਝੱਖੜਾਂ ਨਾਲ ਉਹਨਾਂ ਨੂੰ ਉਖਾੜ ਕੇ ਸੁੱਟ ਦਿੰਦੀ ਹੈ ਅਤੇ ਸਮੇਂ ਨਾਲ ਮਿੱਟੀ ਥੱਲੇ ਦੱਬ ਦਿੰਦੀ ਹੈ। ਵੀ ਕੁਦਰਤ ਆਪਣਾ ਬੈਲੈਂਸ ਆ ਬਣਾਉਂਦੀ ਹੈ। ਇਹ ਨਹੀਂ ਕਿ ਜੇ ਅਸੀਂ ਜੰਗਲ ਨਹੀਂ ਕੱਟਾਂਗੇ ਤਾਂ ਇੰਨੇ ਜੰਗਲ ਹੋ ਜਾਣਗੇ ਕਿ ਉਹ ਖਤਮ ਹੀ ਨਹੀਂ ਹੋਣਗੇ ਅਤੇ ਸਾਰੇ ਪਾਸੇ ਫੈਲ ਜਾਣਗੇ। ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਜਦੋਂ ਕੁਦਰਤ ਨੂੰ ਲੱਗਦਾ ਹੈ ਕਿ ਕਿਸੇ ਥਾਂ ਬਹੁਤ ਜ਼ਿਆਦਾ ਜੰਗਲ ਹੋ ਗਿਆ ਤਾਂ ਕੁਦਰਤ ਆਪ ਹੀ ਉਸ ਨੂੰ ਉਖਾੜ ਦਿੰਦੀ ਹੈ, ਜਾਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ, ਜਾਂ ਉਹ ਵੈਸੇ ਕਿਸੇ ਝੱਖੜ ਮਤਲਬ ਤੇਜ਼ ਤੂਫਾਨ ਨਾਲ ਦਰਖਤ ਪੱਟੇ ਜਾਂਦੇ ਨੇ ਅਤੇ ਧਰਤੀ ਦੇ ਥੱਲੇ ਦੱਬੇ ਜਾਂਦੇ ਨੇ। ਕੁਝ ਚਿਰ ਪਾ ਕੇ ਇਹ ਦੱਬੇ ਹੋਏ ਜੰਗਲ ਧਰਤੀ ਦੀ ਅੰਦਰਲੀ ਗੁੱਝੀ ਅੱਗ ਨਾਲ ਸੜ ਕੇ ਕੋਲੇ ਦੀ ਖਾਣ ਵਿੱਚ ਬਦਲ ਜਾਂਦੇ ਹਨ। ਤੁਸੀਂ ਜਾਣਦੇ ਹੀ ਹੋ ਕਿ ਕੋਲਾ ਕਿੰਨੀ ਵੱਡੀ ਮਨੁੱਖੀ ਲੋੜ ਹੈ। ਅੱਜ ਕੱਲ੍ਹ ਦੇ ਸਮੇਂ ਨੂੰ ਲੋਹੇ ਅਤੇ ਕੋਲੇ ਦਾ ਯੁੱਗ ਹੀ ਕਿਹਾ ਜਾਂਦਾ ਹੈ। ਜਿਸ ਦੇਸ਼ ਵਿੱਚ ਕੋਲਾ ਨਹੀਂ, ਉਹ ਦੇਸ਼ ਬਾਕੀਆਂ ਦੇਸ਼ਾਂ ਨਾਲੋਂ ਪਿੱਛੇ ਰਹਿ ਜਾਏਗਾ। ਜੰਗਲਾਂ ਦੀ ਮਹੱਤਤਾ ਨੂੰ ਸਾਹਮਣੇ ਰੱਖ ਕੇ ਸਾਡੇ ਕਵੀਆਂ ਨੇ ਸਾਡੀਆਂ ਕਿੱਕਰਾਂ, ਬੇਰੀਆਂ ਅਤੇ ਸਾਡੇ ਪਿੱਪਲਾਂ ਦੇ ਬੋਹੜਾਂ ਦੇ ਗੁਣ ਗਾਏ ਹਨ ਅਤੇ ਉਹਨਾਂ ਦੀ ਰੱਖਿਆ ਲਈ ਮਿੱਠੇ ਗੀਤ ਲਿਖੇ ਹਨ। ਤਾਂ ਇਹ ਸੀ ਬੇਟਾ ਸਾਡਾ ਪਾਠ ਜੰਗਲਾਂ ਦੇ ਲਾਭ। ਇਸ ਪਾਠ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜੰਗਲ ਸਾਡੇ ਜੀਵਨ ਲਈ ਕਿੰਨਾ ਜ਼ਿਆਦਾ ਮਹੱਤਵ ਰੱਖਦੇ ਨੇ। ਸਿਰਫ ਜੰਗਲਾਂ ਦੀ ਜ਼ਰੂਰਤ ਸਿਰਫ ਮਨੁੱਖ ਨੂੰ ਨਹੀਂ, ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਹੈ। ਇਸ ਕਰਕੇ ਸਾਨੂੰ ਆਪਣੇ ਬਾਰੇ ਵੀ ਅਤੇ ਜੰਗਲੀ ਜਾਨਵਰਾਂ ਬਾਰੇ ਅਤੇ ਪੰਛੀਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਅਤੇ ਜੰਗਲਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਇਸ ਪਾਠ ਨੂੰ ਕਰਨ ਤੋਂ ਬਾਅਦ ਹੁਣ ਅਸੀਂ ਇਸ ਦੇ ਅਭਿਆਸ ਵੱਲ ਅੱਗੇ ਵਧਾਂਗੇ। ਅਭਿਆਸ ਨੂੰ ਕਰਨ ਤੋਂ ਪਹਿਲਾਂ ਤੁਸੀਂ ਚਾਹੋ ਤਾਂ ਇੱਕ ਵਾਰੀ ਇਸ ਪਾਠ ਨੂੰ ਆਪਣੀ ਕਿਤਾਬ ਤੋਂ ਆਪ ਦੁਬਾਰਾ ਪੜ੍ਹ ਲਓ, ਜਾਂ ਇਸ ਵੀਡੀਓ ਤੋਂ ਇੱਕ ਵਾਰੀ ਫਿਰ ਤੋਂ ਸੁਣ ਲਓ, ਤਾਂ ਜੋ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਤੁਹਾਨੂੰ ਅਭਿਆਸ ਕਰਨਾ ਆਸਾਨ ਰਹੇ। ਤਾਂ ਅਭਿਆਸ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਇਹਦੇ ਵਿੱਚ ਤੁਹਾਡਾ ਪਹਿਲਾ ਕੁਐਸਚਨ ਹੈ, ਕਿਸੇ ਦੇਸ਼ ਦੀ ਸਿਹਤ ਲਈ ਕੀ ਜ਼ਰੂਰੀ ਹੈ? ਤੁਹਾਡੇ ਕੋਲ 3 ਆਪਸ਼ਨਸ ਨੇ, ਧਨ ਦੌਲਤ, ਜੰਗਲ ਜਾਂ ਜਨਸੰਖਿਆ। ਤਾਂ ਇਸ ਦਾ ਉੱਤਰ ਹੈ ਜੰਗਲ। ਦੂਸਰਾ ਪ੍ਰਸ਼ਨ ਹੈ, ਪਹਿਲਾਂ ਪਿੰਡਾਂ ਵਿੱਚ ਕੀ ਰਿਵਾਜ ਹੁੰਦਾ ਸੀ? ਰੁੱਖ ਲਾਉਣ ਦਾ, ਕੋਠੀਆਂ ਪਾਉਣ ਦਾ ਜਾਂ ਕਾਰਾਂ ਖਰੀਦਣ ਦਾ। ਤਾਂ ਇਸ ਦਾ ਉੱਤਰ ਹੈ ਊੜਾ, ਰੁੱਖ ਲਾਉਣ ਦਾ। ਤੀਸਰਾ ਪ੍ਰਸ਼ਨ ਹੈ, ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ? ਹਨੇਰੀ ਨਾਲ, ਦਰਖਤ ਕੱਟਣ ਨਾਲ ਜਾਂ ਆਪਣੇ ਆਪ। ਤਾਂ ਇਸ ਦਾ ਉੱਤਰ ਹੈ ਐੜਾ, ਦਰਖਤ ਕੱਟਣ ਨਾਲ। ਚੌਥਾ ਪ੍ਰਸ਼ਨ ਹੈ, ਜੜੀਆਂ ਬੂਟੀਆਂ ਕਿੱਥੇ ਉੱਗਦੀਆਂ ਹਨ? ਜੰਗਲਾਂ ਵਿੱਚ, ਖੇਤਾਂ ਵਿੱਚ ਜਾਂ ਗਮਲਿਆਂ ਵਿੱਚ। ਤਾਂ ਇਸ ਦਾ ਉੱਤਰ ਹੈ ਊੜਾ, ਜੰਗਲਾਂ ਵਿੱਚ। ਇਸ ਤੋਂ ਬਾਅਦ ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਦਾ ਪਹਿਲਾ ਪ੍ਰਸ਼ਨ ਹੈ, ਜੰਗਲ ਕਿਉਂ ਜ਼ਰੂਰੀ ਹਨ? ਤਾਂ ਇਸ ਦਾ ਉੱਤਰ ਹੈ, ਕਿਸੇ ਦੇਸ਼ ਦੀ ਸਿਹਤ ਲਈ ਜੰਗਲ ਜ਼ਰੂਰੀ ਹਨ। ਦੂਸਰਾ ਪ੍ਰਸ਼ਨ ਹੈ, ਅੰਨ ਦੇ ਸੰਕਟ ਦਾ ਜੰਗਲਾਂ 'ਤੇ ਕੀ ਅਸਰ ਹੋਇਆ? ਤਾਂ ਇਸ ਦਾ ਉੱਤਰ ਹੈ, ਜੰਗਲ ਕੱਟ ਕੇ ਉਸ ਜ਼ਮੀਨ 'ਤੇ ਖੇਤੀ ਹੋਣੀ ਸ਼ੁਰੂ ਹੋ ਗਈ, ਜਿਸ ਕਰਕੇ ਜੰਗਲ ਘਟਣ ਲੱਗ ਗਏ। ਤੀਸਰਾ ਪ੍ਰਸ਼ਨ ਹੈ, ਮਾਰੂਥਲਾਂ ਵਿੱਚ ਵਰਖਾ ਘੱਟ ਕਿਉਂ ਹੁੰਦੀ ਹੈ? ਤਾਂ ਇਸ ਦਾ ਉੱਤਰ ਹੈ, ਮਾਰੂਥਲਾਂ ਵਿੱਚ ਰੁੱਖ ਘੱਟ ਹੋਣ ਕਰਕੇ ਅਤੇ ਗਰਮੀ ਹੋਣ ਕਰਕੇ ਉੱਥੇ ਵਰਖਾ ਘੱਟ ਹੁੰਦੀ ਹੈ। ਅੱਗੇ ਚੌਥਾ ਪ੍ਰਸ਼ਨ ਹੈ, ਜੰਗਲਾਂ ਦੀ ਲੱਕੜ ਕਿਹੜੀਆਂ ਲੋੜਾਂ ਪੂਰੀਆਂ ਕਰਦੀ ਹੈ? ਇਸ ਦਾ ਉੱਤਰ ਹੈ, ਜੰਗਲਾਂ ਦੀ ਲੱਕੜ ਸਾਡੀਆਂ ਘਰੇਲੂ ਅਤੇ ਵਪਾਰਕ ਲੋੜਾਂ ਪੂਰੀਆਂ ਕਰਦੀ ਹੈ।
ਤੇ ਆਖਰੀ ਕੁਐਸਚਨ ਹੈ ਕਵੀਆਂ ਨੇ ਕਿਹੜੇ-ਕਿਹੜੇ ਰੁੱਖਾਂ ਦੇ ਗੁਣ ਗਾਏ ਹਨ। ਇਸ ਦਾ ਉੱਤਰ ਹੈ ਕਵੀਆਂ ਨੇ ਕਿੱਕਰ, ਬੇਰੀ, ਪਿੱਪਲ ਅਤੇ ਬੋਹੜ ਦੇ ਰੁੱਖ ਦੇ ਗੁਣ ਗਾਏ ਹਨ। ਉਸ ਤੋਂ ਬਾਅਦ ਅਭਿਆਸ ਦਾ ਤੀਸਰਾ ਪ੍ਰਸ਼ਨ ਹੈ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਕਰਨੇ। ਇਸ ਵਿੱਚ ਜੋ ਪ੍ਰਸ਼ਨ ਨੇ ਉਹਨਾਂ ਦੇ ਤੁਸੀਂ ਥੋੜ੍ਹੇ ਜਿਹੇ ਸੰਖੇਪ ਵਿੱਚ ਉੱਤਰ ਦੇਣੇ ਨੇ, ਛੋਟੇ ਉੱਤਰਾਂ ਨਾਲੋਂ ਥੋੜ੍ਹੇ ਜਿਹੇ ਵੱਡੇ। ਤਾਂ ਮੈਂ ਇੱਥੇ ਤੁਹਾਨੂੰ ਇਹਨਾਂ ਦੇ ਉੱਤਰ ਬੋਲ ਕੇ ਦੱਸਾਂਗੀ ਅਤੇ ਨਾਲ ਹੀ ਦੱਸ ਦੇਵਾਂਗੀ ਕਿ ਉਹ ਉੱਤਰ ਤੁਸੀਂ ਕਿਸ ਪੈਰੇ ਵਿੱਚ ਲੱਭ ਸਕਦੇ ਹੋ, ਤਾਂ ਜੋ ਤੁਸੀਂ ਕਿਸੇ ਸ਼ਬਦ ਦੇ ਅਗਰ ਸ਼ਬਦ ਜੋੜ ਦੇਖਣੇ ਹੋਣ ਤਾਂ ਉਸ ਪੈਰੇ ਵਿੱਚ ਜਾ ਕੇ ਉਸ ਸ਼ਬਦ ਜੋੜ ਨੂੰ ਦੇਖ ਸਕਦੇ ਹੋ। ਤਾਂ ਇੱਥੇ ਪਹਿਲਾ ਪ੍ਰਸ਼ਨ ਹੈ ਵੱਡੇ ਜੰਗਲਾਂ ਨੂੰ ਦੇਖ ਕੇ ਲੋਕ ਕੀ ਸੋਚਦੇ ਹਨ। ਤਾਂ ਇਸ ਪ੍ਰਸ਼ਨ ਦਾ ਉੱਤਰ ਤੁਹਾਨੂੰ ਪਹਿਲੇ ਪੈਰੇ ਵਿੱਚ ਮਿਲ ਜਾਵੇਗਾ। ਪਾਠ ਦੇ ਪਹਿਲੇ ਪੈਰੇ ਵਿੱਚ ਵੱਡੇ ਜੰਗਲਾਂ ਨੂੰ ਵੇਖ ਕੇ ਲੋਕ ਸੋਚਦੇ ਹਨ ਕਿ ਧਰਤੀ ਦੇ ਇੰਨੇ ਵੱਡੇ ਵੱਡੇ ਟੋਟੇ ਵਿਅਰਥ ਕਿਉਂ ਪਏ ਹਨ, ਇਹਨਾਂ ਉੱਤੇ ਤਾਂ ਵੱਡੇ ਸ਼ਹਿਰ ਵਸ ਸਕਦੇ ਹਨ। ਦੂਸਰਾ ਪ੍ਰਸ਼ਨ ਹੈ ਵੱਡੇ ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖੀ ਸਿਹਤ 'ਤੇ ਕੀ ਅਸਰ ਹੋਇਆ ਹੈ। ਇਸ ਦਾ ਉੱਤਰ ਪੰਨਾ ਨੰਬਰ 6 ਤੇ ਦੂਸਰੇ ਪੈਰੇ ਵਿੱਚ ਤੁਹਾਨੂੰ ਮਿਲ ਜਾਵੇਗਾ। ਵੱਡੇ ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖ ਦੀ ਸਿਹਤ ਡਿੱਗਣ ਲੱਗ ਗਈ ਹੈ। ਤੀਸਰਾ ਪ੍ਰਸ਼ਨ ਹੈ ਜੰਗਲੀ ਇਲਾਕਿਆਂ 'ਚ ਮੀਂਹ ਜ਼ਿਆਦਾ ਕਿਉਂ ਪੈਂਦਾ ਹੈ। ਇਸ ਦਾ ਉੱਤਰ ਤੁਹਾਨੂੰ ਪੰਨਾ 6 ਤੇ ਤੀਸਰੇ ਪੈਰੇ ਵਿੱਚ ਮਿਲ ਜਾਵੇਗਾ। ਜੰਗਲੀ ਇਲਾਕਿਆਂ ਵਿੱਚ ਵਾਯੂਮੰਡਲ ਠੰਡਾ ਹੁੰਦਾ ਹੈ, ਤਾਂ ਜਦੋਂ ਸਮੁੰਦਰ ਉੱਤੋਂ ਬੱਦਲ ਉੱਡਦੇ ਹਨ ਤਾਂ ਉਹ ਜੰਗਲੀ ਇਲਾਕੇ ਵਿੱਚ ਠੰਡਾ ਵਾਯੂਮੰਡਲ ਹੋਣ ਕਰਕੇ ਉੱਥੇ ਮੀਂਹ ਪਾ ਦਿੰਦੇ ਹਨ। ਅਗਲਾ ਪ੍ਰਸ਼ਨ ਹੈ ਤਬਾਹੀ ਤੋਂ ਬਚਣ ਦਾ ਕੀ ਤਰੀਕਾ ਹੈ। ਇਸ ਦਾ ਉੱਤਰ ਹੈ ਤਬਾਹੀ ਤੋਂ ਬਚਣ ਲਈ ਵੱਧ ਤੋਂ ਵੱਧ ਜੰਗਲ, ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ। ਤੇ ਉਸ ਤੋਂ ਅੱਗੇ ਪ੍ਰਸ਼ਨ ਹੈ ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ, ਕਿਵੇਂ। ਇਸ ਦਾ ਉੱਤਰ ਤੁਹਾਨੂੰ ਪੰਨਾ ਨੰਬਰ 7 ਤੇ ਚੌਥੇ ਪੈਰੇ ਵਿੱਚ ਮਿਲ ਜਾਵੇਗਾ ਕਿ ਜੰਗਲਾਂ ਵਿੱਚ ਰੋਗਾਂ ਨੂੰ ਕੱਟਣ ਵਾਲੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਮਿਲਦੀਆਂ ਹਨ, ਇਸ ਕਰਕੇ ਇਹ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ। ਅਗਲਾ ਚੌਥਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਇਸ ਵਿੱਚ 5 ਤੁਹਾਨੂੰ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਦੇ ਕਿ ਤੁਸੀਂ ਵਾਕ ਬਣਾਉਣੇ ਹਨ। ਪਹਿਲਾ ਸ਼ਬਦ ਹੈ ਕੁਦਰਤ, ਤਾਂ ਜੰਗਲ ਕੁਦਰਤ ਦੀ ਇੱਕ ਅਨਮੋਲ ਦਾਤ ਹਨ। ਅਗਲਾ ਸ਼ਬਦ ਹੈ ਖੁਸ਼ਹਾਲੀ, ਜੰਗਲ ਦੇਸ਼ ਦੀ ਖੁਸ਼ਹਾਲੀ ਲਈ ਜ਼ਰੂਰੀ ਹਨ। ਅਗਲਾ ਪ੍ਰਸ਼ਨ ਹੈ ਤਜਰਬਾ, ਮਨੁੱਖ ਨੇ ਹਰ ਤਰ੍ਹਾਂ ਦਾ ਤਜਰਬਾ ਕੀਤਾ ਹੈ। ਅਗਲਾ ਪ੍ਰਸ਼ਨ ਰਿਵਾਜ, ਪੁਰਾਣੇ ਸਮੇਂ ਵਿੱਚ ਰੁੱਖ ਲਾਉਣ ਦਾ ਰਿਵਾਜ ਸੀ। ਤੇ ਅਗਲਾ ਸ਼ਬਦ ਹੈ ਮਹੱਤਤਾ, ਜੰਗਲਾਂ ਦੀ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੈ। ਅਭਿਆਸ ਦਾ ਪੰਜਵਾਂ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ। ਇਹਦੇ ਵਿੱਚ ਪਹਿਲਾ ਖਾਲੀ ਸਥਾਨ ਹੈ ਜੰਗਲ ਕੁਦਰਤ ਦੀ ਬਹੁਤ ਵੱਡੀ ਡੈਸ਼ ਹਨ, ਤਾਂ ਇਸ ਦਾ ਉੱਤਰ ਹੈ ਦਾਤ ਹਨ। ਦੂਸਰਾ ਮਾਰੂਥਲਾਂ ਉੱਤੇ ਬਹੁਤ ਘੱਟ ਡੈਸ਼ ਹੁੰਦੀ ਹੈ, ਵਰਖਾ ਹੁੰਦੀ ਹੈ। ਤੀਸਰਾ ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਡੈਸ਼ ਹੋ ਜਾਂਦੀ ਹੈ, ਪੋਲੀ ਹੋ ਜਾਂਦੀ ਹੈ। ਫੋਰਥ ਹੈ ਰੁੱਖ ਨੂੰ ਕੱਟਣਾ ਡੈਸ਼ ਸਮਝਿਆ ਜਾਂਦਾ ਸੀ, ਪਾਪ ਸਮਝਿਆ ਜਾਂਦਾ ਸੀ। ਪੰਜਵਾਂ ਹੈ ਅੱਜ ਕੱਲ੍ਹ ਦੇ ਸਮੇਂ ਨੂੰ ਲੋਹੇ ਤੇ ਕੋਲੇ ਦਾ ਯੁੱਗ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡਾ 6ਵਾਂ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਪਹਿਲਾ ਸ਼ਬਦ ਹੈ ਬਿਰਖ, ਹਿੰਦੀ ਵਿੱਚ ਵ੍ਰਿਕਸ਼, ਅੰਗਰੇਜ਼ੀ ਵਿੱਚ ਟਰੀ, TREE। ਦੂਸਰਾ ਕਵੀ, ਹਿੰਦੀ ਵਿੱਚ ਕਵੀ, ਅੰਗਰੇਜ਼ੀ ਵਿੱਚ ਪੋਇਟ, POET। ਤੀਸਰਾ ਕੁਦਰਤ, ਹਿੰਦੀ ਵਿੱਚ ਕੁਦਰਤ, ਅੰਗਰੇਜ਼ੀ ਵਿੱਚ ਨੇਚਰ, NATURE। ਚੌਥਾ ਸ਼ਬਦ ਤਬਦੀਲੀ, ਹਿੰਦੀ ਵਿੱਚ ਪਰਿਵਰਤਨ, ਅੰਗਰੇਜ਼ੀ ਵਿੱਚ ਚੇਂਜ, CHANGE। ਪੰਜਵਾਂ ਖੇਤੀਬਾੜੀ, ਹਿੰਦੀ ਵਿੱਚ ਕ੍ਰਿਸ਼ੀ ਅਤੇ ਅੰਗਰੇਜ਼ੀ ਵਿੱਚ ਐਗਰੀਕਲਚਰ, AGRICULTURE, ਐਗਰੀਕਲਚਰ। ਇਸ ਤੋਂ ਬਾਅਦ ਤੁਹਾਡੇ ਇਸ ਅਭਿਆਸ ਦਾ ਆਖਰੀ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਇਸ ਵਿੱਚ ਤੁਹਾਡੇ ਕੋਲ 5 ਸ਼ਬਦ ਨੇ ਜਿਨ੍ਹਾਂ ਦੇ ਕਿ ਤੁਸੀਂ ਸਹੀ ਸ਼ਬਦ ਜੋੜ ਲਿਖਣੇ ਹਨ। ਇਹ ਵੈਸੇ ਮੈਂ ਹੱਲ ਕਰ ਦਿੱਤੇ ਨੇ, ਤੁਸੀਂ ਇਸ ਨੂੰ ਵੀਡੀਓ ਵਿੱਚ ਦੇਖ ਸਕਦੇ ਹੋ। ਤੇ ਨਾਲ ਹੀ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲਾਂ ਇਹਨਾਂ ਸ਼ਬਦਾਂ ਦੇ ਸਹੀ ਸ਼ਬਦ ਜੋੜ ਤੁਸੀਂ ਪਾਠ ਵਿੱਚੋਂ ਆਪ ਲੱਭੋ। ਸ਼ਬਦ ਨੇ ਸਿਹਤ, ਸ਼ਹਿਰ, ਵਾਯੂਮੰਡਲ, ਲਾਭ ਅਤੇ ਯੁੱਗ। ਤਾਂ ਇਹ ਤੁਸੀਂ ਆਪ ਇਹਨਾਂ ਦੇ ਸ਼ਬਦ ਜੋੜ ਲੱਭਣੇ ਨੇ ਪਾਠ ਵਿੱਚੋਂ ਤੇ ਕਰਨੇ ਨੇ। ਤੇ ਜੇ ਫਿਰ ਵੀ ਕੋਈ ਦਿੱਕਤ ਆਵੇ ਤਾਂ ਵੀਡੀਓ ਵਿੱਚ ਇਹਨਾਂ ਦੇ ਸ਼ਬਦ ਜੋੜ ਸਹੀ ਤੁਸੀਂ ਦੇਖ ਸਕਦੇ ਹੋ।
ਤਾਂ ਇਹ ਸੀ ਸਾਡਾ ਪਾਠ ਜੰਗਲਾਂ ਦੇ ਲਾਭ। ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਤੁਹਾਨੂੰ ਇਹ ਪਾਠ ਸਮਝ ਆਇਆ ਤਾਂ ਇਸ ਨੂੰ ਜ਼ਰੂਰ ਲਾਈਕ ਕਰਿਓ ਤੇ ਬਾਕੀ ਹੋਰ ਵਿਦਿਆਰਥੀਆਂ ਨਾਲ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਉਸ ਤੋਂ ਬਾਅਦ ਅਸੀਂ ਅਗਲਾ ਪਾਠ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।